ਸਰਬ ਸੁਖ ਦਾਤਾ ਹਾਰੋ। ਜਾਗੈ ਵਸੈ ਕਾਮ ਤੇ ਨਾਮ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ। ਤਾਂ ਸਰਬ ਸੁਖ ਪਾਵਹਿ ਮੇਰੇ ਮਨਾ। ਚਵਰ ਛਤਰ ਸਿੰਘਾਸਨ ਦੇ ਮਾਲਕ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਮਹਾਰਾਜ ਚਰਨਾਂ ਕਮਲਾਂ ਵਿੱਚ ਲਵਾਈਏ ਹਾਜ਼ਰੀ, ਗੱਜ ਕਰਕੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਸੰਸਾਰ ਦੇ ਵਿੱਚ ਜੋ ਵੀ ਜੀਵ ਪੈਦਾ ਹੋਇਆ ਹੈ, ਹਰ ਇੱਕ ਦੀ ਕੋਈ ਨਾ ਕੋਈ ਇੱਛਾ ਹੁੰਦੀ ਹੈ, ਕੋਈ ਸੁਪਨਾ ਹੁੰਦਾ ਹੈ, ਕੋਈ ਕਾਮਨਾਵਾਂ ਹੁੰਦੀਆਂ ਨੇ। ਤੇ ਕਰਮਾਂ ਵਾਲੇ ਹੀ ਉਹ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਸਾਰੀਆਂ ਦੀਆਂ ਇੱਛਾ ਪੂਰੀਆਂ ਹੋਣ। ਸਭ ਦੀਆਂ ਇੱਛਾ ਪੂਰੀਆਂ ਨਹੀਂ ਹੁੰਦੀਆਂ, ਕੋਈ ਵਿਰਲਾ ਵਾਂਝਾ ਹੀ ਹੁੰਦਾ ਹੈ। ਤੇ ਜੇ ਗੁਰੂ ਦੀ ਕਿਰਪਾ ਹੋ ਜੇ ਜਾਂ ਇੱਕ ਸਿੱਖ ਗੁਰੂ ਦੀ ਸ਼ਰਨ ਵਿੱਚ ਆ ਜੇ, ਗੁਰੂ ਇਸ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰ ਦਿੰਦੇ ਨੇ। ਗੁਰੂ ਅਰਜਨ ਦੇਵ ਮਹਾਰਾਜ ਸੁਖਮਨੀ ਸਾਹਿਬ ਦੀ 19ਵੀਂ ਅਸ਼ਟਪਦੀ ਤੇ ਦੂਸਰੀ ਪੌੜੀ ਦੇ ਵਿੱਚ ਬੜਾ ਸੁੰਦਰ ਫਰਮਾਨਦੇ ਨੇ। ਉਹਦੇ ਵਿੱਚ 5 ਤਰ੍ਹਾਂ ਦੀ ਇੱਛਾ ਸਤਿਗੁਰੂ ਮਹਾਰਾਜ ਨੇ ਦੱਸੀ ਹੈ ਕਿ 5 ਤਰ੍ਹਾਂ ਦੀ ਇੱਛਾ ਹੁੰਦੀ ਹੈ। ਕਿ ਪਹਿਲੀ ਧਨ ਦੀ ਪ੍ਰਾਪਤੀ ਕਿ ਮੇਰੇ ਤੋਂ ਧਨ ਬੜਾ ਹੋਵੇ। ਦੂਜੀ ਮੈਨੂੰ ਸੁੱਖ ਬੜਾ ਮਿਲੇ। ਤੀਜਾ ਸੰਸਾਰ ਵਿੱਚ ਸ਼ੋਭਾ ਮੇਰੀ ਹੋਵੇ। ਚੌਥਾ ਕਿ ਮੇਰੇ ਸਰੀਰ ਤੇ ਰੋਗ ਕੋਈ ਨਾ ਹੋਵੇ। ਪੰਜਵੀਂ ਕਿ ਮੇਰਾ ਨਾਮ ਰੂਹ ਖਜ਼ਾਨੇ ਵਿੱਚ ਵੀ ਮੈਂ ਦਰਗਾਹ ਦੇ ਵਿੱਚ ਵੀ ਪ੍ਰਵਾਨ ਹੋਵਾਂ। ਇਹ ਬੜੀਆਂ ਵੱਡੀਆਂ ਇੱਛਾ ਹਰ ਇੱਕ ਮਨੁੱਖ ਦੇ ਵਿੱਚ ਇਹ ਹੁੰਦੀਆਂ ਨੇ। ਮਾਰੇ ਕਹਿੰਦੇ ਮਿਲ ਜਾਣਗੀਆਂ, ਕੋਈ ਵੱਡੀ ਗੱਲ ਨਹੀਂ, ਪਰ ਕਰਨਾ ਕੀ ਪਵੇਗਾ। ਸਤਿਗੁਰ ਮਾਰੇ ਕਹਿੰਦੇ ਜਿਸ ਧਨ ਕੋ 4 ਕੁੰਟ ਉੱਠ ਧਾਰੇ। 4 ਕੁੰਟ ਭਾਵ ਕਿ ਜਿਸ ਧਨ ਵਾਸਤੇ 4 ਕੁੰਟਾਂ ਵਿੱਚ ਧੌਂਦਾ ਫਿਰਦਾ ਹੈ, ਭੱਜਾ ਫਿਰਦਾ ਹੈ, ਤੈਨੂੰ ਧਨ ਦੀ ਲੋੜ ਹੈ। ਤੂੰ ਕਹਿੰਦਾ ਮੈਨੂੰ ਧਨ ਚਾਹੀਦਾ। ਸਤਿਗੁਰ ਮਹਾਰਾਜ ਕਹਿੰਦੇ ਨੇ ਸੋ ਧਨ ਹਰ ਸੇਵਾ ਤੇ ਪਾਏ। ਉਹ ਧਨ ਤੈਨੂੰ ਗੁਰੂ ਦੀ ਸੇਵਾ ਸਿਮਰਨ ਬੰਦਗੀ ਦੇ ਨਾਲ ਮਿਲ ਜਾਵੇਗਾ, ਕੋਈ ਵੱਡੀ ਗੱਲ ਨਹੀਂ ਹੈ। ਫਿਰ ਕਹਿੰਦੇ ਨੇ ਜਿਸ ਸੋ ਕੋ ਨਿਤ ਬਚ ਹੈ ਮੀਤ। ਇਹ ਮਿੱਤਰ ਪਿਆਰੇ, ਜਿਸ ਸੁੱਖ ਨੂੰ ਤੂੰ ਰੋਜ਼ ਬਾਚਦਾ ਹੈ, ਯਾਦ ਕਰਦਾ ਹੈ ਕਿ ਮੈਨੂੰ ਆਹ ਸੁੱਖ ਮਿਲ ਜਾਵੇ, ਉਹ ਮਿਲ ਜਾਵੇ, ਉਹ ਕਿੱਥੋਂ ਮਿਲੇਗਾ। ਸੋ ਸੁਖ ਸਾਧੂ ਸੰਗ ਪ੍ਰੀਤ। ਉਹ ਸੁੱਖ ਤੈਨੂੰ ਸਾਧੂਆਂ ਦੀ ਸੰਗਤ ਦੇ ਵਿੱਚ ਮਿਲੂਗਾ। ਜੇ ਰੋਜ਼ ਪਿਆਰਿਆਂ ਦੀ, ਭਗਤਾਂ ਦੀ, ਸੰਤਾਂ ਦੀ ਸੰਗਤ ਕਰੇਗਾ, ਉਸ ਸੰਗਤ ਦੇ ਵਿੱਚੋਂ ਤੈਨੂੰ ਇਹ ਸੁੱਖ ਪ੍ਰਾਪਤ ਹੋਣਗੇ। ਜੇ ਸੋਭਾ ਕੋ ਕਰਹਿ ਭਲੀ ਕਰਨੀ। ਤੂੰ ਕਹਿੰਦਾ ਮੇਰੇ ਹਰ ਕੋਈ ਸੋਭਾ ਕਰੇ, ਮੇਰੀ ਵਡਿਆਈ ਕਰੇ, ਕੋਈ ਨਿੰਦਾ ਨਾ ਕਰੇ, ਹਰ ਇੱਕ ਦੀ ਇੱਛਾ। ਪਰ ਕਿੱਦਾਂ ਹੋਵੇਗੀ। ਸਾ ਸੋਭਾ ਭਜ ਹਰ ਕੀ ਸਰਨੀ। ਉਹੋ ਹੀ ਸੋਭਾ ਤੈਨੂੰ ਗੁਰੂ ਦੀ ਸ਼ਰਨ ਦੇ ਵਿੱਚੋਂ ਮਿਲੇਗੀ, ਗੁਰੂ ਦੇ ਨਾਮ ਦੇ ਵਿੱਚੋਂ ਮਿਲੇਗੀ, ਉਹਦੀ ਸੇਵਾ ਦੇ ਵਿੱਚੋਂ ਮਿਲੇਗੀ। ਜੇ ਗੁਰੂ ਦੀ ਸ਼ਰਨ ਦੇ ਵਿੱਚ ਹੀ ਨਹੀਂ ਤੂੰ ਆਇਆ ਤੇ ਤੇਰੀ ਸੋਭਾ ਕਿੱਦਾਂ ਹੋਵੇਗੀ ਸੰਸਾਰ ਦੇ ਵਿੱਚ। ਜਿਹੜੇ ਨਾਮ ਦੇ ਨਾਲ ਜੁੜੇ ਰੱਬ ਦੇ ਪਿਆਰੇ ਨੇ, ਉਹਨਾਂ ਦੀ ਜਗਤ ਦੇ ਵਿੱਚ ਸੋਭਾ ਹੁੰਦੀ ਹੈ। ਅਨਕ ਉਪਾਵੀ ਰੋਗ ਨਾ ਜਾਏ,
ਅਨੇਕਾਂ ਤਰੀਕਿਆਂ ਨਾਲ ਤੂੰ ਰੋਗ ਭਜਾਉਣ ਦੀ ਬੜੀ ਤਾਕਤ ਲਾਉਣਾ ਹੈ ਕਿ ਰੋਗ ਨਾ ਆਵੇ, ਰੋਗ ਚਲਿਆ ਜਾਵੇ। ਔਸ਼ਧੀ ਲੈਣਾ, ਹਕੀਮਾਂ ਨੂੰ ਦਿਖਾਉਣਾ, ਵੈਦਾਂ ਨੂੰ ਦਿਖਾਉਣਾ, ਪਰ ਤੇਰਾ ਰੋਗ ਨਹੀਂ ਜਾ ਰਿਹਾ। ਰੋਗ ਕਿੱਦਾਂ ਜਾਵੇਗਾ? ਰੋਗ ਮਿਟੈ ਹਰ ਅਵਖਦ ਲਾਏ। ਨਾਮ ਰੂਪੀ ਜਿਹੜਾ ਅਵਖਦ ਹੈ, ਦਵਾਈ ਹੈ, ਦਾਰੂ ਹੈ, ਇਹਨੂੰ ਤੂੰ ਲਾਏਂਗਾ, ਫਿਰ ਤੇਰੇ ਅੰਦਰੋਂ ਰੋਗ ਦੂਰ ਹੋਣਗੇ। ਇਹ ਸਰੀਰ ਦੇ ਤਾਂ ਮਾੜੇ ਮੋਟੇ ਰੋਗ ਆਉਂਦੇ ਰਹਿੰਦੇ, ਪਰ ਜਿਹੜਾ ਮਨ ਦਾ ਰੋਗ, ਵੱਡਾ ਵਿਕਾਰਾਂ ਦਾ ਰੋਗ ਲੱਗਾ ਹੈ, ਇਹ ਸਤਿਗੁਰਾਂ ਦੀ ਕਿਰਪਾ ਦੇ ਨਾਲ ਹੀ ਦੂਰ ਹੁੰਦਾ ਹੈ। ਦੁੱਖ ਦਾਰੂ ਸੁਖ ਰੋਗ ਭਇਆ, ਜਾਂ ਸੁਖ ਤਾਮਨਾ। ਜਿਹੜਾ ਸਤਿਗੁਰ ਮਾਰ ਦਾ ਨਾਮ ਹੈ, ਦਾਰੂ ਦਾ ਕੰਮ, ਦਵਾਈ ਦਾ ਕੰਮ ਕਰਦਾ ਹੈ। ਸਰਬ ਨਿਧਾਨ ਮੈਂ ਹਰ ਨਾਮ ਨਿਧਾਨ। ਸਾਰੇ ਖਜ਼ਾਨਿਆਂ ਦੇ ਵਿੱਚੋਂ ਸਤਿਗੁਰ ਮਾਰ ਦਾ ਸਭ ਤੋਂ ਵੱਡਾ ਨਾਮ ਦਾ ਖਜ਼ਾਨਾ ਹੈ। ਪਰ ਮਿਲਦਾ ਕਿੱਦਾਂ ਹੈ? ਜਪ ਨਾਨਕ ਦਰਗਹਿ ਪ੍ਰਵਾਨ। ਇਹਨੂੰ ਜਪ ਕਰਕੇ ਮਾਰੇ ਕਹਿੰਦੇ ਦਰਗਾਹ ਦੇ ਵਿੱਚ ਤੂੰ ਪ੍ਰਵਾਨ ਹੋ ਜਾਵੇਂਗਾ, ਜੇ ਉਸਨੂੰ ਜਪਿਆ ਹੋਵੇਗਾ, ਉਸ ਨਾਮ ਨੂੰ ਤੂੰ ਧਿਆਇਆ ਹੋਵੇਗਾ। ਇਸ ਕਰਕੇ ਜੇ ਇਹਨਾਂ ਚੀਜ਼ਾਂ ਨੂੰ ਚਾਹੀਦਾ ਹੈ ਤੇ ਇਹ ਕੁਝ ਤੈਨੂੰ ਕਰਨਾ ਪਵੇਗਾ। ਵਿਦਵਾਨ ਲੋਕ 4 ਤਰ੍ਹਾਂ ਦੀ ਇੱਛਾ ਮੰਨਦੇ ਨੇ। ਕਹਿੰਦੇ ਨੇ ਇੱਕ ਹੁੰਦੀ ਹੈ ਇੱਛਾ, ਦੂਸਰੀ ਪਰ ਇੱਛਾ, ਤੀਸਰੀ ਸਵੈ ਇੱਛਾ ਤੇ ਚੌਥੀ ਹੁੰਦੀ ਹੈ ਅਨ ਇੱਛਾ। ਇੱਛਾ ਉਹ ਹੁੰਦੀ ਹੈ ਪਹਿਲੀ, ਜਿਵੇਂ ਧਰੂ ਨੇ ਕੀਤੀ ਸੀ ਕਿ ਆਪਣੇ ਲੋਭ ਕੋ ਕੀਨੋ ਮੀਤ, ਮੁਕਤ ਪਦਾਰਥ ਸਗਲ ਪਦ ਦੇਤ। ਕਿ ਉਸਨੇ ਆਪਣੇ ਲੋਭ ਵਾਸਤੇ ਕਿ ਜਦੋਂ ਉਸਦੀ ਮਰਤਈ ਮਾਂ ਨੇ ਪਿਓ ਦੀ ਗੋਦ ਦੇ ਵਿੱਚੋਂ ਬਾਂਹ ਤੋਂ ਫੜ ਕੇ ਪਰਾਂ ਮਾਰਿਆ ਸੀ ਕਿ ਤੂੰ ਨਹੀਂ ਬਹਿ ਸਕਦਾ, ਉੱਥੋਂ ਉਹਨੂੰ ਵੈਰਾਗ ਹੋਇਆ। ਫਿਰ ਉਹਨੇ ਰਾਜ ਭਾਗ ਚਾਹੁਣ ਵਾਸਤੇ ਉਹਨੇ ਬੰਦਗੀ ਕੀਤੀ। ਉਹਦੀ ਮਾਂ ਨੇ ਕਿਹਾ ਕਿ ਤੂੰ ਰੱਬ ਦੀ ਉਪਾਸਨਾ ਕਰ, ਬੰਦਗੀ ਕਰ, ਦੁਨੀਆ ਦਾ ਰਾਜਾ ਬਣ ਜਾਵੇਗਾ। ਉਸਨੇ ਭਾਵੇਂ ਆਪਣੇ ਲੋਭ ਵਾਸਤੇ, ਰਾਜ ਵਾਸਤੇ ਬੰਦਗੀ ਕੀਤੀ, ਪਰ ਮਹਾਰਾਜ ਨੇ ਫਿਰ ਵੀ ਉਸਨੂੰ ਸਭ ਕੁਝ ਦੇ ਦਿੱਤਾ। ਇਹ ਹੁੰਦੀ ਹੈ ਪਹਿਲੀ ਇੱਛਾ। ਦੂਸਰੀ ਹੁੰਦੀ ਹੈ ਪਰ ਇੱਛਾ। ਪਰ ਇੱਛਾ ਤੋਂ ਭਾਵ ਆਪ ਨੂੰ ਕੋਈ ਇੱਛਾ ਨਾ ਹੋਣੀ, ਦੂਸਰਿਆਂ ਦੇ ਵਾਸਤੇ ਇੱਛਾ ਰੱਖਣੀਆਂ ਕਿ ਮਾਰੇ ਇਸ ਦਾ ਭਲਾ ਹੋ ਜੇ। ਉਹਨਾਂ ਵਾਸਤੇ ਫਰਿਆਦਾਂ ਕਰਨੀਆਂ, ਬੇਨਤੀਆਂ ਕਰਨੀਆਂ, ਸੇਵਾਵਾਂ ਕਰਦੀਆਂ। ਜਿਸ ਤਰ੍ਹਾਂ ਪਰਿਵਾਰ ਦੇ ਵਿੱਚ ਜੋ ਮਾਂ ਪਿਓ ਹੁੰਦੇ ਨਾ, ਉਹ ਹਮੇਸ਼ਾ ਆਪਣੇ ਬੱਚਿਆਂ ਵਾਸਤੇ ਰੋਜ਼ ਗੁਰੂ ਘਰ ਜਾਂਦੇ ਨੇ, ਸੇਵਾ ਕਰਦੇ ਨੇ, ਅਰਦਾਸਾਂ ਕਰਦੇ, ਮਹਾਰਾਜ ਮੇਰੇ ਬੱਚਿਆਂ ਦੀਆਂ ਚੜ੍ਹਦੀਆਂ ਕਲਾ ਕਰਨੀਆਂ। ਉਹ ਆਪਣੇ ਵਾਸਤੇ ਨਹੀਂ, ਆਪਣੇ ਬੱਚਿਆਂ ਵਾਸਤੇ ਇੱਛਾ ਰੱਖਦੇ ਨੇ। ਉਹ ਗੱਲ ਵੱਖਰੀ ਹੈ ਕਿ ਜਿਹੜੇ ਫਿਰ ਬੱਚੇ ਹੈ ਉਹ ਮਹਾਂ ਪਿਓ ਦਾ ਸਤਿਕਾਰ ਨਹੀਂ ਕਰਦੇ। ਤੇ ਪਰਾਏ ਵਾਸਤੇ ਇੱਛਾ ਰੱਖਣੀ, ਮਹਾਰਾਜ ਇਸ ਦਾ ਤੁਸੀਂ ਭਲਾ ਕਰਨਾ, ਮਹਾਰਾਜ ਆਪ ਜੀ ਦੀ ਅੱਗੇ ਬੇਨਤੀਆਂ ਹੈ, ਅਰਦਾਸਾਂ ਹੈ, ਦੂਸਰਿਆਂ ਦਾ ਭਲੇ ਵਾਸਤੇ ਇੱਛਾ ਰੱਖਣੀਆਂ। ਪਰ ਅੱਜ ਦੇ ਸਮੇਂ ਵਿੱਚ ਬੜੇ ਵਿਰਲੇ ਨੇ ਐਸੀ ਇੱਛਾ ਰੱਖਣ ਵਾਲੇ। ਅੱਜ ਤਾਂ ਪਰਾਏ ਦਾ ਬੁਰਾ ਥੱਕਣ ਵਾਸਤੇ ਸਾਰੇ ਭੱਜੇ ਫਿਰਦੇ ਹੈ, ਭਲਾ ਕਰਨ ਵਾਸਤੇ ਨਹੀਂ। ਚੰਗੀ ਫਰਿਆਦ ਲਈ ਇਹੋ ਹੀ ਸਾਰੇ ਫਰਿਆਦਾਂ ਕਰਦੇ, ਰੱਬਾ ਇਸ ਨੂੰ ਪਿੱਛੇ ਲਾ, ਸਾਡੇ ਅੱਗੇ ਕਿਉਂ ਲੱਗਾ ਹੈ। ਸਾਰੇ ਇਹੋ ਹੀ ਇੱਛਾ ਰੱਖਦੇ ਆ, ਉਸ ਨੂੰ ਅੱਗੇ ਵਧਣ ਦੀ ਇੱਛਾ ਕੋਈ ਨਹੀਂ ਰੱਖਦਾ। ਤੀਸਰੀ ਇੱਛਾ ਹੁੰਦੀ ਹੈ ਸਵੈ ਇੱਛਾ। ਆਪਣੇ ਪ੍ਰਯੋਜਨ ਲਈ ਕਰਨੀ, ਆਪਣੇ ਸਵਾਏ ਹਿਰਦੈ ਲੈ ਧਾਰਿਆ, ਆਪਣਾ ਸਵਾਏ ਜੋ ਮੈਨੂੰ ਚਾਹੀਦਾ ਹੈ ਮੈਨੂੰ ਉਹ ਮਿਲੇ ਹੀ ਮਿਲੇ, ਜੋ ਮਰਜ਼ੀ ਹੋ ਜੇ। ਹੱਠ ਕਰਨਾ, ਆਪਣਾ ਪ੍ਰਯੋਜਨ ਰੱਖਣਾ ਕਿ ਮੈਨੂੰ ਇਹ ਚੀਜ਼ ਚਾਹੀਦੀ, ਇੰਨੀ ਆਪਣੀ ਤਗੜੀ ਇੱਛਾ ਰੱਖਣੀ ਕਿ ਇਹ ਮੈਨੂੰ ਚਾਹੀਦਾ। ਫਿਰ ਚੌਥੀ ਇੱਛਾ ਹੁੰਦੀ ਹੈ ਅਨ ਇੱਛਾ। ਅਨ ਇੱਛਾ ਤੋਂ ਭਾਵ ਕਿ ਕੋਈ ਵੀ ਇੱਛਾ ਨਾ ਰੱਖਣੀ, ਨਾ ਪਰਾਏ ਦੀ, ਨਾ ਆਪਣੇ ਦੀ, ਕੋਈ ਵੀ ਇੱਛਾ ਨਹੀਂ ਹੈ। ਨਾ ਇੱਛਾ, ਨਾ ਸਵੈ ਇੱਛਾ, ਨਾ ਅਨ ਇੱਛਾ, ਕੋਈ ਵੀ ਇੱਛਾ ਭਾਵ ਨਹੀਂ ਰੱਖਣੀ। ਪਾਰੇ ਪਰਮੇਸ਼ਰ ਫਿਰ ਸਭ ਕੁਝ ਦੇ ਹੀ ਜਾਂਦਾ ਹੈ। ਕਿਉਂਕਿ ਸਤਿਗੁਰ ਦੀ ਮਾਰੇ, ਗੁਰੂ ਅਰਜਨ ਦੇ ਮਾਰੇ ਕਹਿੰਦੇ ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ।
ਭਾਈ ਜਿਹੜਾ ਸੇਵਾ ਕਰਦਾ ਨਹੀਂ ਕਾਮਨਾ ਸਹਿਤ ਕੇ ਮੈਨੂੰ ਕੋਈ ਇੱਛਾ ਨਹੀਂ ਹੈ, ਪਰਮਾਤਮਾ ਨੂੰ ਸਭ ਕੁਝ ਦੇ ਵੀ ਦਿੰਦਾ ਹੈ। ਇਸ ਕਰਕੇ 4 ਤਰ੍ਹਾਂ ਦੀਆਂ ਹੋਰ ਇੱਛਾ ਵਿਦਵਾਨਾਂ ਨੇ ਕਹੀਆਂ ਨੇ ਕਿ ਮੇਰੀ ਕਿਸੇ ਵੀ ਕਾਰਜ ਦੇ ਵਿੱਚ ਕੋਈ ਵਿਘਨ ਨਾ ਪਵੇ। ਹਰ ਇੱਕ ਦੀ ਇੱਛਾ ਹੁੰਦੀ ਮੈਂ ਜਿਹੜਾ ਵੀ ਕੰਮ ਕਰਾਂ ਨੇਪਰੇ ਚੜ੍ਹ ਜੇ। ਕੌਣ ਕਹਿੰਦਾ ਹੈ ਕਿ ਮੇਰਾ ਕੰਮ ਰੁਕ ਜੇ? ਇਹ ਇੱਛਾ ਰੱਖਣੀ ਕਿ ਮੇਰੇ ਸਾਰੇ ਕਾਰਜ ਹੋ ਜਾਣ। ਦੂਸਰੀ ਕਿ ਮੇਰੇ ਸਾਰਾ ਸਤਿਕਾਰ ਕਰਨ, ਸਾਰਿਆਂ ਵਿੱਚ ਮੇਰੀ ਸ਼ੋਭਾ ਹੋਵੇ। ਤੀਸਰਾ ਮੈਨੂੰ ਸਦਾ ਹੀ ਸੁੱਖ ਹੋਵੇ, ਕਦੀ ਦੁੱਖ ਨਾ ਹੋਵੇ। ਚੌਥਾ ਮੈਨੂੰ ਪਰਮੇਸ਼ਰ ਦੀ ਪ੍ਰਾਪਤੀ ਹੋਵੇ। ਇਸ ਪ੍ਰਥਾਏ ਵੀ ਸਤਿਗੁਰ ਮਹਾਰਾਜ ਗੁਰਬਾਣੀ ਦੇ ਵਿੱਚ ਕਹਿੰਦੇ ਨੇ, ਜਿਨੀ ਗੁਰਮੁਖ ਨਾਮ ਤੇ ਆਇਆ ਤੇਰਾ ਫਿਰ ਵਿਘਨ ਨਾ ਹੋਈ ਰਾਮ ਰਾਜੇ। ਜਿਨ੍ਹਾਂ ਨੇ ਨਾਮ ਤੇ ਆਇਆ ਪਰਮੇਸ਼ਰ ਅਕਾਲ ਪੁਰਖ ਦਾ, ਉਹਨਾਂ ਨੂੰ ਕੋਈ ਵਿਘਨ ਨਹੀਂ ਪੈਂਦਾ, ਕੋਈ ਰੁਕਾਵਟ ਨਹੀਂ ਪੈਂਦੀ। ਜਿਨੀ ਸਤਿਗੁਰ ਪੁਰਖ ਮਨਾਇਆ ਤਿਨ ਪੂਜੇ ਸਭ ਕੋਈ। ਜਿਨ੍ਹਾਂ ਨੇ ਸਤਿਗੁਰੂ ਨੂੰ ਮਨਾ ਲਿਆ, ਗੁਰੂ ਦੀ ਸ਼ਰਨ ਪੈ ਗਏ, ਗੁਰੂ ਵਾਲੇ ਬਣ ਗਏ, ਉਹਨਾਂ ਨੂੰ ਸਾਰਾ ਜਗਤ ਵੀ ਸ਼ੋਭਦਾ, ਭਾਵ ਕਿ ਸਾਰੇ ਉਹਨਾਂ ਦੀ ਵਡਿਆਈ ਕਰਦੇ, ਸ਼ੋਭਾ ਕਰਦੇ। ਜਿਨੀ ਸਤਿਗੁਰ ਪਿਆਰਾ ਸੇਵਿਆ ਤਿਨਾ ਸੁਖ ਸਾਧ ਹੋਈ। ਜਿਨ੍ਹਾਂ ਨੇ ਗੁਰੂ ਨੂੰ ਸਦਾ ਸੇਵਿਆ ਉਹਨਾਂ ਨੂੰ ਸਦਾ ਹੀ ਸੁੱਖ ਹੁੰਦਾ ਹੈ, ਆਨੰਦ ਹੁੰਦਾ ਹੈ। ਜਿਨ੍ਹਾਂ ਨਾਨਕ ਸਤਿਗੁਰ ਭੇਟਿਆ ਤਿਨਾ ਮਿਲਿਆ ਹਰ ਸੋਈ। ਜਿਨ੍ਹਾਂ ਨੂੰ ਸਤਿਗੁਰੂ ਨਾਨਕ ਪਾਤਸ਼ਾਹ ਮਿਲ ਗਿਆ, ਜਿਹੜਾ ਗੁਰੂ ਦੀ ਸ਼ਰਨ ਪੈ ਗਿਆ, ਉਹਨਾਂ ਨੂੰ ਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਕਰਕੇ ਜੋ ਵੀ ਹੈ ਇੱਛਾਵਾਂ ਨੇ ਪੂਰਨ ਸਾਰੀਆਂ ਹੋ ਜਾਂਦੀਆਂ ਹੈ, ਪਰ ਸਾਨੂੰ ਜਾਚ ਨਹੀਂ ਹੈ ਕਿ ਪੂਰੀਆਂ ਕਰਾਉਣੀਆਂ ਕਿੱਦਾਂ ਹੈ ਅਤੇ ਕਰਨੀਆਂ ਕਿੱਦਾਂ ਹੈ। ਕੋਈ ਵੀ ਚੀਜ਼ ਦਾ ਕੋਈ ਢੰਗ ਹੁੰਦਾ ਹੈ, ਤਰੀਕਾ ਹੁੰਦਾ ਹੈ, ਮਰਿਆਦਾ ਹੁੰਦੀ ਹੈ। ਜੇ ਉਸ ਮਰਿਆਦਾ ਦੇ ਵਿੱਚ ਰਹਿ ਕੇ ਕੰਮ ਕੀਤਾ ਜਾਵੇ ਤੇ ਪੂਰਾ ਤਾਂ ਹੁੰਦਾ ਹੈ। ਇੱਕ ਨਾ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਵੇਲੇ ਇੱਕ ਬੀਬੀ ਹੋਈ ਹੈ ਜਿਸ ਦਾ ਨਾਮ ਸੁਲੱਖਣੀ ਹੋਇਆ। ਇੱਕ ਤਾਂ ਸੁਲੱਖਣੀ ਉਹ ਸੀ ਨਾ ਮਾਤਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮਹਿਲ, ਮਾਤਾ ਸੁਲੱਖਣੀ ਜੀ। ਇੱਕ ਇਹ ਸੁਲੱਖਣੀ ਬੀਬੀ ਹੈ, ਭਾਵ ਕਿ ਤਰਨ ਤਾਰਨ ਸਾਹਿਬ ਦੇ ਲਾਗੇ ਪਿੰਡ ਇੱਕ ਚੱਬਾ, ਉਸ ਨਗਰ ਦੇ ਵਿੱਚ ਇਹ ਰਹਿਣ ਵਾਲੀ ਹੈ। ਇਹਦੇ ਘਰ ਦੇ ਵਿੱਚ ਕੋਈ ਔਲਾਦ ਨਹੀਂ ਹੈ ਤੇ ਬੜੀ ਜ਼ਿਆਦਾ ਥਾਵਾਂ ਤੇ ਗਈ, ਬੜਾ ਕੁਝ ਕੀਤਾ, ਪਰ ਇਸ ਨੂੰ ਕਿਸੇ ਵੀ ਥਾਂ ਤੋਂ ਪੁੱਤਰ ਦੀ ਦਾਤ ਨਹੀਂ ਮਿਲੀ। ਕਿਉਂਕਿ ਇਹ ਬੜੀ ਵੱਡੀ ਇੱਛਾ ਹੈ ਤੇ ਬੜੀ ਵੱਡੀ ਇੱਕ ਜ਼ਰੂਰਤ ਵੀ ਹੈ, ਭਾਵ ਲੋੜ ਵੀ ਹੈ। ਦੁੱਧ ਪੁੱਤ ਦੀ ਕਿਹਨੂੰ ਨਹੀਂ ਲੋੜ ਹੁੰਦੀ। ਸੋਭਾ ਵਡਿਆਈ ਦਾ ਤੇ ਇੱਕ ਵਾਰੀ ਚੱਲ ਜਾਂਦਾ ਹੋਵੇ, ਨਾ ਹੋਵੇ ਕੋਈ ਚੱਕਰ ਨਹੀਂ, ਪਰ ਜਿਹੜੀ ਪੁੱਤਰ ਦੀ ਦਾਤ ਹੈ ਜੇ ਨਾ ਹੋਵੇ ਤੇ ਔਰਤ ਬਾਂਝ ਰਹਿੰਦੀ ਹੈ। ਲੋਕ ਵਿਹੜੇ ਮਾਰਦੇ ਨੇ, ਮਾੜਾ ਗਿਣਦੇ ਨੇ, ਲਾਗੇ ਨਹੀਂ ਲੱਗਣ ਦਿੰਦੇ। ਐਵੇਂ ਨਹੀਂ ਸਤਿਗੁਰੂ ਮਨ ਨੇ ਕਿਹਾ ਪੁੱਤੀ ਗੰਢ ਪਵੈ ਸੰਸਾਰ, ਕਿ ਪੁੱਤਰ ਦੇ ਨਾਲ ਹੀ ਸੰਸਾਰ ਦੇ ਵਿੱਚ ਗੰਢ ਪੈਂਦੀ ਹੈ, ਭਾਵ ਨਾ ਰਹਿ ਜਾਂਦਾ ਹੈ ਕਿ ਇਹ ਫਲਾਣੇ ਦਾ ਪੁੱਤਰ ਹੈ। ਕਿਸਦੇ ਘਰ ਦੇ ਵਿੱਚ ਕੋਈ ਵੀ ਔਲਾਦ ਨਹੀਂ ਹੈ, ਕੋਈ ਪੁੱਤਰ ਨਹੀਂ ਹੈ, ਕੋਈ ਬੱਚਾ ਨਹੀਂ ਹੈ। ਇਹ ਬੜਿਆਂ ਥਾਵਾਂ 'ਤੇ ਗਈ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀਆਂ ਦਾ ਉਧਾਰ ਕਰਦੇ ਹੋਏ ਇਸ ਦੇ ਨਗਰ ਵੱਲ ਆਏ। ਉੱਥੇ ਸਤਿਗੁਰੂ ਮਹਾਰਾਜ ਜੀ ਜਦੋਂ ਆਏ ਨੇ, ਸਿੱਖ ਸੰਗਤਾਂ ਦਰਸ਼ਨ ਦੀਦਾਰੇ ਕਰਦੀਆਂ ਨੇ। ਸਾਰੀਆਂ ਮਨੋਕਾਮਨਾਵਾਂ ਸਤਿਗੁਰੂ ਮਹਾਰਾਜ ਸਿੱਖ ਸੰਗਤਾਂ ਪੂਰੀਆਂ ਕਰਦੇ। ਸਤਿਗੁਰੂ ਮਹਾਰਾਜ ਦੇ ਆਣ ਕੇ ਸੰਗਤਾਂ ਮੱਥਾ ਟੇਕਦੀਆਂ, ਨਮਸਤਕ ਹੁੰਦੀਆਂ, ਭੇਟਾਵਾਂ ਅਰਪਣ ਕਰਦੀਆਂ। ਇਹ ਵੀ ਗਈ, ਇਹਨੇ ਵੀ ਸਤਿਗੁਰੂ ਮਹਾਰਾਜ ਨੂੰ ਡੰਡੌਤ ਬੰਦਨਾ ਕੀਤੀ ਤੇ ਆਪਣੀ ਇੱਛਾ ਰੱਖੀ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜੀ, ਮੇਰੀ ਵੀ ਝੋਲੀ ਪੁੱਤਰ ਦੇ ਨਾਲ ਭਰ ਦਵੋ, ਕਿਰਪਾ ਕਰ ਦਵੋ ਮਹਾਰਾਜ, ਮੈਨੂੰ ਪੁੱਤਰ ਦੀ ਦਾਤ ਬਖਸ਼ੋ। ਤੇ ਅੱਗਿਓ ਮਹਾਰਾਜ ਨੇ ਕਿਹਾ ਕਿ ਬੀਬੀ ਤੇਰੇ ਕਰਮਾਂ ਦੇ ਵਿੱਚ ਪੁੱਤਰ ਦੀ ਦਾਤ ਨਹੀਂ ਹੈ, ਤੈਨੂੰ ਨਹੀਂ, ਇਹ ਪੁੱਤਰ ਦੀ ਦਾਤ ਨਹੀਂ ਮਿਲ ਸਕਦੀ। ਹੁਣ ਜਦੋਂ ਇਹ ਮਹਾਰਾਜ ਨੇ ਗੱਲ ਕਹਿ ਹੀ ਦਿੱਤੀ ਤੇ ਫਿਰ ਅੱਗੇ ਉਹ ਕੀ ਕਹਿ ਸਕਦੀ ਸੀ। ਇਹਨੇ ਮੱਥਾ ਟੇਕ ਕੇ ਵਾਪਸ ਤੁਰੀ ਹੈ, ਪਰ ਜਦੋਂ ਵਾਪਸ ਜਾਣ ਲੱਗੀ ਹੈ ਰੋਂਦੀ ਜਾ ਰਹੀ ਹੈ।
ਜਦੋਂ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਇਹ ਰੋਂਦੀ ਵਾਪਸ ਜਾ ਰਹੀ ਹੈ, ਭਾਈ ਗੁਰਦਾਸ ਸਾਹਿਬ ਜੀ ਮਿਲ ਪਏ। ਵੇਖ ਲਿਆ ਭਾਈ ਗੁਰਦਾਸ ਸਾਹਿਬ ਜੀ ਨੇ, ਕਿਉਂਕਿ ਭਾਈ ਗੁਰਦਾਸ ਸਾਹਿਬ ਜੀ ਐਸੇ ਸਿੱਖ ਨੇ ਜਿਨ੍ਹਾਂ ਨੂੰ ਪੂਰਾ ਪਤਾ ਹੈ ਕਿ ਗੁਰੂ ਪਾਤਸ਼ਾਹ ਜੀ ਕੀ ਨੇ। ਸਮਰੱਥ ਗੁਰੂ ਹੈ, ਸਭ ਕੁਝ ਕਰਨ ਵਾਲੇ ਨੇ, ਸੰਸਾਰ ਦੇ ਮਾਲਕ ਨੇ। ਜਿਹੜਾ ਕਾਦਰ ਹੈ, ਕੁਦਰਤ ਹੈ, ਇਹ ਸਭ ਕੁਝ ਇਹਨਾਂ ਦੀ ਬਣਾਈ ਹੋਈ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਵੇਖਿਆ ਬੜਾ ਸਮਾਂ ਹੋ ਗਿਆ ਗੁਰੂ ਨਾਨਕ ਦੇ ਘਰ ਦੀ ਸੇਵਾ ਕਰਦੇ ਹਾਂ, ਪਰ ਇੰਨਾ ਤਾਂ ਵੇਖਿਆ ਸੀ ਕਿ ਲੋਕ ਰੋਂਦੇ ਆਉਂਦੇ ਸੀ ਤੇ ਹੱਸਦੇ ਜਾਂਦੇ ਵੇਖੇ ਨੇ, ਪਰ ਅੱਜ ਪਹਿਲੀ ਵਾਰਾਂ ਹੋਇਆ ਇਹ ਬੀਬੀ ਆਈ ਹੈ ਪਰ ਰੋਂਦੀ ਜਾ ਰਹੀ ਹੈ। ਹੱਸਦੀ ਆਈ ਸੀ ਕਿ ਮੈਨੂੰ ਪੁੱਤਰ ਦੀ ਦਾਤ ਮਿਲੇਗੀ, ਪਰ ਇਹ ਰੋਂਦੀ ਜਾ ਰਹੀ ਹੈ ਕਿ ਨਹੀਂ ਮਿਲੀ, ਕਿ ਨਹੀਂ ਮਿਲਣੀ ਵੀ ਨਹੀਂ ਹੈ। ਜਦੋਂ ਇਹ ਵੇਖਿਆ, ਸਾਰੀ ਗੱਲ ਪੁੱਛੀ ਕਿ ਬੀਬੀ ਕੀ ਗੱਲ ਹੋਈ ਹੈ, ਤੂੰ ਰੋਂਦੀ ਕਿਉਂ ਜਾ ਰਹੀ ਹੈ? ਗੁਰੂ ਨਾਨਕ ਦੇ ਘਰ ਦੇ ਵਿੱਚੋਂ ਤਾਂ ਸਾਰੇ ਹੱਸਦੇ ਜਾਂਦੇ ਨੇ, ਮਨੋਕਾਮਨਾ ਪੂਰੀਆਂ ਕਰਦੇ ਜਾਂਦੇ, ਕੀ ਹੋਇਆ? ਤੇ ਉਸ ਬੀਬੀ ਨੇ ਕਿਹਾ ਕਿ ਮੇਰੇ ਘਰ ਦੇ ਵਿੱਚ ਮੇਰੀ ਕੁੱਖ ਤੋਂ ਹਜੇ ਕਿਸੇ ਬੱਚੇ ਜਾਂ ਪੁੱਤਰ ਨੇ ਜਨਮ ਨਹੀਂ ਲਿਆ, ਮੈਂ ਹਜੇ ਬਾਝ ਹਾਂ। ਮੈਂ ਪਾਤਸ਼ਾਹ ਅੱਗੇ ਬੇਨਤੀ ਕੀਤੀ, ਮਾਰੇ ਪੁੱਤਰ ਦੀ ਦਾਤ ਬਖਸ਼ੋ, ਔਲਾਦ ਬਖਸ਼ੋ। ਮਹਾਰਾਜ ਨੇ ਕਿਹਾ ਕਿ ਤੇਰੇ ਕਰਮਾਂ ਦੇ ਵਿੱਚ ਹੀ ਨਹੀਂ ਹੈਗੀ। ਤੇ ਜਦੋਂ ਮਾਂ ਨੇ ਕਹਿ ਹੀ ਦਿੱਤਾ ਕਿ ਤੇਰੇ ਕਰਮਾਂ ਵਿੱਚ ਨਹੀਂ ਹੈ, ਤੇ ਹੁਣ ਕੀ ਕਹਿ ਸਕਦੇ ਹਾਂ ਤੇ ਕੀ ਕਰ ਸਕਦੇ ਹਾਂ? ਭਾਈ ਗੁਰਦਾਸ ਸਾਹਿਬ ਨੇ ਫਿਰ ਜਿਹੜੀ ਜੁਗਤੀ ਦੱਸੀ, ਉਸ ਜੁਗਤੀ ਦੇ ਨਾਲ ਸਾਡੀਆਂ ਇੱਛਾ ਪੂਰੀਆਂ ਹੁੰਦੀਆਂ ਜੀ। ਇਹੋ ਜਿਹਾ ਤਰਲਾ ਮਾਰਨਾ ਪੈਂਦਾ, ਫਿਰ ਕਾਮਨਾ ਪੂਰੀਆਂ ਹੁੰਦੀਆਂ ਜੀ। ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਕਿ ਬੀਬੀ ਜੀ ਦੁਖੀ ਕਿਉਂ ਹੁੰਦੇ ਜੀ? ਆ ਲਓ ਪੈਨ ਤੇ ਆ ਲਓ ਵਰਕਾ, ਇਹ ਕਲਮ ਤੇ ਕਾਗਜ਼ ਲੈ ਕੇ ਪਾਤਸ਼ਾਹ ਦੇ ਕੋਲ ਚਲੇ ਜਾਓ। ਮਹਾਰਾਜ, ਜੇ ਤੁਸੀਂ ਕਹਿੰਦੇ ਆ ਤੇਰੇ ਕਰਮਾਂ ਦੇ ਵਿੱਚ ਪੁੱਤਰ ਦੀ ਦਾਤ ਨਹੀਂ ਲਿਖੀ, ਉੱਥੇ ਨਹੀਂ ਲਿਖੀ ਤੇ ਹੁਣ ਲਿਖ ਦੋ, ਉੱਥੇ ਤੇ ਇੱਥੇ ਲਿਖਣ ਵਾਲੇ ਤੁਸੀਂ ਹੀ ਜੋ, ਤੁਹਾਡੇ ਤੋਂ ਬਗੈਰ ਕੌਣ ਹੈ? ਮਹਾਰਾਜ, ਲੋਕ ਪਰਲੋਕ ਹਲਤ ਪਲਤ ਸਿੱਖ ਦਾ ਸਵਾਰਨ ਵਾਲੇ ਤਾਂ ਤੁਸੀਂ ਜੋ। ਸਤਿਗੁਰ ਸੇਕਾ ਹਲਤ ਪਲਤ ਸਵਾਰੇ ਮਾਰੇ, ਤੁਸੀਂ ਸਿੱਖ ਦਾ ਲੋਕ ਪਰਲੋਕ ਸਹੇਲਾ ਕਰਨ ਵਾਲੇ ਜੇ। ਮਹਾਰਾਜ, ਜੇ ਉੱਥੇ ਨਹੀਂ ਲਿਖੇ ਪੁੱਤਰ ਦੀ ਦਾਤ ਤੇ ਹੁਣ ਲਿਖ ਦੋ। ਤੁਸੀਂ ਲਿਖਣ ਵਾਲੇ, ਤੁਸੀਂ ਕਰਮ ਬਣਾਉਣੇ, ਕਰਮ ਬਣਾਉਣੇ ਬਾਹਰੋਂ ਥੋੜਾ ਕਿਨੇ ਬਣਾਉਣੇ। ਉਹਾਂ ਤੋਂ ਜਾਈਏ ਜੋ ਇਹਾਂ ਨਾ ਹੋਵੇ, ਉੱਥੇ ਤਾਂ ਜਾਈਦਾ ਹੈ ਜਿੱਥੇ ਕੁਝ ਨਾ ਹੋਵੇ। ਮਾਰੇ ਘਰ ਤਾਂ ਤੇਰਾ ਸਭ ਕੁਛ ਹੈ, ਤੇਰੇ ਘਰ ਦੇ ਵਿੱਚ ਤਾਂ ਮਾਰੇ ਸਾਰੀਆਂ ਦਾਤਾਂ ਨੇ, ਸਭ ਕੁਝ ਨੇ, ਕਿਰਪਾ ਕਰੋ। ਫਿਰ ਮਾਂ ਬੀਬੀ ਖੁਸ਼ ਹੋਈ, ਬੀਬੀ ਸੁਲੱਖਣੀ ਫਿਰ ਪਾਤਸ਼ਾਹ ਦੇ ਕੋਲ ਗਈ ਤੇ ਮਹਾਰਾਜ ਹੁਣ ਘੋੜੇ ਤੇ ਸਵਾਰ ਨੇ, ਚੱਲੇ ਨੇ ਸਤਿਗੁਰੂ ਮਹਾਰਾਜ ਜੀ ਤੇ ਘੋੜੇ ਤੇ ਸਵਾਰ। ਤੇ ਮਾਤਾ ਨੇ ਫੇਰ ਬੀਬੀ ਨੇ ਕਿਹਾ, ਮਹਾਰਾਜ ਕਿਰਪਾ ਕਰੋ ਪੁੱਤਰ ਦੀ ਦਾਤ ਬਖਸ਼ੋ। ਮਾਰੇ ਕਹਿੰਦੇ, ਬੀਬੀ ਤੈਨੂੰ ਹਜੇ ਹੁਣੇ ਕਿਹਾ ਹੈ ਕਿ ਤੇਰੇ ਕਰਮਾਂ ਦੇ ਵਿੱਚ ਨਹੀਂ ਹੈ, ਤੂੰ ਫੇਰ ਆ ਗਈ ਹੈ। ਬੀਬੀ ਨੇ ਕਾਗਜ਼ ਕਲਮ ਮਾਰੇ ਅੱਗੇ ਕੀਤਾ, ਮਹਾਰਾਜ ਜੀ ਉੱਥੇ ਨਹੀਂ ਲਿਖਿਆ ਤੇ ਹੁਣ ਲਿਖ ਦੋ। ਮਹਾਰਾਜ ਸਮਝ ਗਏ ਇਹ ਕਿਸੇ ਸਿੱਖ ਨੇ ਇਸ ਨੂੰ ਵਿਧੀ ਦੱਸੀ ਹੈ, ਤਰੀਕਾ ਦੱਸਿਆ, ਹੁਣ ਕੀ ਕਰਾਂ, ਮੈਨੂੰ ਲਿਖਣਾ ਪੈਣਾ। ਜੇ ਉੱਥੇ ਨਹੀਂ ਲਿਖਿਆ ਤੇ ਹੁਣ ਲਿਖ ਦੋ, ਉਦੋਂ ਨਹੀਂ ਲਿਖਿਆ ਤੇ ਹੁਣ ਲਿਖਣਾ ਪੈਣਾ। ਇਹ ਤਰੀਕਾ ਹੈ, ਇਹ ਵਿਧੀ ਹੈ, ਇਹਦੇ ਨਾਲ ਇੱਛਾ ਆਪਣੀਆਂ ਪੂਰੀਆਂ ਹੋ ਜਾਂਦੀਆਂ ਨੇ। ਫਿਰ ਮਾਂ ਨੇ ਉਸ ਕਾਗਜ਼ ਕਲਮ ਨੂੰ ਫੜਿਆ ਤੇ ਏਕਾ ਪਾਉਣ ਲੱਗੇ ਨੇ, ਇੱਕ ਪੁੱਤਰ ਦੀ ਦਾਤ ਲਿਖਣ ਲੱਗੇ ਨੇ। ਇਹਦੇ ਕਰਮਾਂ ਦੇ ਵਿੱਚ ਏਕਾ ਪਾਉਣ ਲੱਗਿਆਂ ਜਦੋਂ ਉੱਪਰ ਡੰਡੀ ਕੀਤੀ ਹੈ ਤੇ ਘੋੜੇ ਦਾ ਪੌੜ ਹਿੱਲਣ ਕਰਕੇ ਉਹ ਏਕੇ ਤੋਂ ਸਾਤਾ ਬਣ ਗਿਆ, ਕਿਉਂਕਿ ਏਕੇ ਤੋਂ ਸਾਤਾ ਬਣ ਜਾਂਦਾ ਹੈ। ਉਹ ਹਿੱਲ ਗਿਆ ਹੈ ਤੇ ਕਲਮ ਹਿੱਲ ਗਈ ਹੈ, 1 ਤੋਂ 7 ਬਣ ਗਏ ਨੇ। ਤੇ ਮਾਂ ਨੇ ਕਿਹਾ ਕਿ ਤੂੰ ਇੱਕ ਦੀ ਦਾਤ ਕਹਿਨੀ ਹੈ, ਤੇਰੇ ਘਰ ਦੇ ਵਿੱਚ ਹੁਣ ਗੁਰੂ ਨਾਨਕ 7 ਪੁੱਤਰ ਭੇਜਣਗੇ, 7 ਪੁੱਤਰ ਤੇਰੀ ਕੁੱਖ ਦੇ ਨੂੰ ਭਾਗ ਲਾਉਣਗੇ। ਇਹ ਸਤਿਗੁਰੂ ਮਹਾਰਾਜ ਤਾਈ ਉਹਨਾਂ ਨੇ ਇੱਛਾ ਪ੍ਰਗਟ ਕੀਤੀ ਤੇ ਸਤਿਗੁਰੂ ਮਹਾਰਾਜ ਉਹਨਾਂ ਦੀਆਂ ਇੱਛਾਵਾਂ ਪੂਰੀਆਂ ਕੀਤੀਆਂ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਕਿਹਾ
कि इस जड़ा विधि है, ये तरीका है, गुरु के घर दे विचों प्राप्त होंदा है। इस करके भाई जे कोई इच्छा होंदी है, ओहदी कोई तरीका होंदा है, विधि होंदी है। इस बीबी के घर दे विच 7 पुत्र, जिथे एक नहीं सी, गुरु नानक ने, गुरु हरगोबिंद साहिब पातशाह ने 7 बख्शे। तो कई इतिहासकार इत्थों तक भी लिखते हैं कि सतगुरु मां ने कहा कि तेरा घर दे विच हुण 7 पुत्र होने हैं, एक रख लई ते 6 सानू दे दी। हुण तैनूं एक दी लोड़ सी। ते अगों कहंदी है सलकिनी ने कहा कि बेनती कीती कि आप जी तां जानी जान हो कि जिमींदारां दा काम किन्ना औखा हुंदा है, बहुते बंदियां बगैर नहीं सरदा। 2 तां मेरे पुत्र हल वाउणगे ते एक पट्ठे पावे, पट्ठियां नूं पावेगा, एक गड्डे नूं चलाऊगा, एक खूह नूं गेड़ूगा, एक मझियां दा चरावा लियाऊगा। एक भरावां विच वेहला नंबरदार भी चाहिदा है, जो कह भरावां तो काम करावेगा। इस करके मारे तां 7 ही पुत्र दियां लोड़ां मैनूं। कोई हल वाहेगा, कोई पानी लाएगा, कोई डंगरां नूं सांभेगा, कोई ध्यान देवेगा, कोई खर्चा पानी चलाएगा। महाराज हस पे ते मां ने कहा चलो ठीक है, जिद्दां भी तुहाडी इच्छा है। सब कुछ मिल जाता है गुरु के घर दे विचों, पर मनुख नहीं जे रजदा। बड़ा कुछ गुरु नानक के घर दे विचों मिल जाता है, जो चाहो प्राप्त हो जाता है। गुरु समर्थ है, पर मनुख फिर भी नहीं जे रजदा। जे बचपन दे विच है, कहता है मैनूं विद्या चंगी आ जावे, वो भी आ जाती है। फिर पढ़ लिख के कहता चंगी जॉब मिल जाए, वो भी मिल जाती है। जॉब तो बाद ये कह देता है कि मैनू मेरा चंगा घर विच विआह हो जाए, वो भी हो जाता है। फिर कहता है बच्चे हो जान, पुत्र हो जान, वो भी हो जाते ने। फिर कहते बच्चों वास्ते फिर पढ़ाई की दात मंगता, फिर वही सर्कल घूमता रहिंदा। पहला अपने वास्ते, फिर अपने बच्चों वेले, फिर अपने पोतरियां वास्ते, बस मंगी ही जा रहा, पर देंदा कुछ नहीं जी। कदी किसी नूं कुछ नहीं देंदा, ना दान करदा, ना दसवंध कढ़दा है, पर सब कुछ लई जांदा। कहंदा आई जावे पर जावे ना। ऐसी ये मनुख की हालत है, पर सतगुरु महाराज समर्थ ने, सारियां इच्छावां पूरियां करन वाले ने। इस करके मरदे गड़ी तरला बेनतियां मारिया करिए, जो सच्चा नाम है वो मंगिया करिए। विसर नाही दातार अपना नाम देहो, गुण गावां दिन रात नानक चाओ इहो। इहो चाहे महाराज, रात दिन आप जी का नाम जपते रवां। सतगुरु महाराज देहो नाम संतोखिया, उतरे मन की भुख। जिस करके मन दियां भुखां उतर जान, संतोख आ जावे। होइयां भुल्लां दियां खिमा जी, लेखै कदे ना छूटीऐ। खिन खिन फूलनहार, बख्शनहार बख्श लै, नानक पार उतारो। वाहिगुरु जी का खालसा, वाहिगुरु जी की फतेह।